ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਸ਼ੁੱਕਰਵਾਰ ਵਾਲੇ ਦਿਨ ਆਪਾਂ ਭਗਤ ਫਰੀਦ ਸਾਹਿਬ ਜੀ ਦੇ ਸ਼ਲੋਕ ਸਮਝ ਰਹੇ ਹਾਂ। ਉਸੇ ਹੀ ਲੜੀ ਦੇ ਅੰਤਰਗਤ ਅੱਜ ਆਪਾਂ ਸ਼ਲੋਕ ਨੰਬਰ 53 ਤੋਂ ਲੈ ਕੇ 55 ਤੱਕ ਸਮਝਾਂਗੇ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 1380 ਤੇ ਦਰਜ ਹਨ। ਪਿਛਲੀ ਕਥਾ ਦੌਰਾਨ ਆਪਾਂ ਸ਼ਲੋਕ ਨੰਬਰ 52 ਤੱਕ ਸਮਝਿਆ ਸੀ। ਸ਼ਲੋਕ ਨੰਬਰ 51 ਫਰੀਦ ਸਾਹਿਬ ਜੀ ਦਾ ਸੀ, ਜਿਸ ਵਿੱਚ ਫਰੀਦ ਸਾਹਿਬ ਨੇ ਇਹ ਗੱਲ ਆਖੀ ਸੀ ਕਿ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ, ਰੱਬ ਦੀ ਭਗਤੀ ਕਰਨ ਵਾਲੇ ਲੋਕ ਹੁੰਦੇ ਨੇ, ਉਹਨਾਂ ਦੇ ਸਰੀਰ ਵਿੱਚ ਖੂਨ ਨਹੀਂ ਹੁੰਦਾ, ਰੱਤ ਨਹੀਂ ਹੁੰਦੀ। ਭਾਵੇਂ ਉਸ ਨੂੰ ਤਨ ਨੂੰ, ਸਰੀਰ ਨੂੰ ਕੋਈ ਚੀਰ ਕੇ ਵੇਖ ਲਵੇ, ਵਿੱਚੋਂ ਰੱਤ ਨਹੀਂ ਨਿਕਲਦੀ। ਭਾਵੇਂ ਫਰੀਦ ਜੀ ਨੇ ਵੀ ਇਸ ਖੂਨ ਦੀ ਗੱਲ ਤਾਂ ਨਹੀਂ ਸੀ ਕੀਤੀ ਜਿਹਦੇ ਨਾਲ ਸਾਡਾ ਸਰੀਰ ਚੱਲਦਾ ਹੈ। ਉਹਨਾਂ ਨੇ ਕਿਸੇ ਹੋਰ ਖੂਨ ਦੀ ਗੱਲ ਕੀਤੀ ਸੀ, ਪਰ ਗੱਲ ਕਲੀਅਰ ਨਹੀਂ ਸੀ ਹੋਈ। ਉਸ ਨੂੰ ਗੁਰੂ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਿਲਕੁਲ ਸਾਫ਼ ਕੀਤਾ ਕਿ ਫਰੀਦ ਜੀ, ਜਿਹੜੀ ਰੱਤ ਹੈ, ਖੂਨ ਹੈ, ਉਹ ਤੇ ਸਰੀਰ ਵਿੱਚ ਹੁੰਦਾ ਹੀ ਏ। ਉਸ ਤੋਂ ਬਿਨਾਂ ਸਰੀਰ ਨਹੀਂ ਚੱਲ ਸਕਦਾ, ਜਿੰਦਾ ਨਹੀਂ ਰਹਿ ਸਕਦਾ। ਪਰ ਜੋ ਸ਼ਹਿ ਰਤੇ ਆਪਣੇ, ਤਿਤ ਤਨ ਲੋਭ ਰਤ ਨਾ ਹੋਏ। ਉਹਨਾਂ ਦੇ ਸਰੀਰ ਵਿੱਚ ਲੋਭ ਵਾਲੀ ਰੱਤ ਨਹੀਂ ਹੁੰਦੀ। ਖੂਨ ਤਾਂ ਹੁੰਦਾ ਹੈ, ਪਰ ਉਹ ਲੋਭ ਲਾਲਚ ਤੋਂ ਬਚੇ ਹੁੰਦੇ ਨੇ, ਭਾਵ ਉਹ ਵਿਕਾਰਾਂ ਤੋਂ ਬਚ ਜਾਂਦੇ ਨੇ, ਜਿਹੜੇ ਮਨੁੱਖ ਪਰਮਾਤਮਾ ਦੀ ਭਗਤੀ ਕਰਦੇ ਨੇ। ਅੱਜ ਵਾਲਾ ਜਿਹੜਾ ਸ਼ਲੋਕ ਹੈ, ਸ਼ਲੋਕ ਨੰਬਰ 53, ਉਹਦੇ ਵਿੱਚ ਫਰੀਦ ਸਾਹਿਬ ਆਖਦੇ ਨੇ, ਫਰੀਦਾ ਸੋਈ ਸਰਵਰ ਢੂੰਡ ਲਹੋ, ਜਿੱਥੋਂ ਲੱਭੀ ਵੱਥ, ਛੱਪੜ ਢੂੰਡੈ ਕਿਆ ਹੋਵੈ, ਚਿੱਕੜ ਡੁੱਬੈ ਹੱਥ। ਜਿਹੜੇ ਇਹਦੇ ਅੱਖਰੀ ਅਰਥ ਨੇ ਸ਼ਲੋਕ ਦੇ, ਉਹ ਤੇ ਬੜੇ ਸਾਧਾਰਨ ਜਿਹੇ ਨੇ ਕਿ ਭਾਈ ਉਹ ਇਹੋ ਜਿਹਾ ਕੋਈ ਸਰੋਵਰ ਲੱਭ ਲਵੋ, ਸਰਵਰ ਮੈਨੇ ਸਰੋਵਰ, ਇਹੋ ਜਿਹਾ ਕੋਈ ਸਰੋਵਰ ਢੂੰਡ ਲਵੋ, ਲੱਭ ਲਵੋ, ਜਿੱਥੋਂ ਲੱਭੀ ਵੱਥ, ਜਿੱਥੋਂ ਤੁਹਾਨੂੰ ਕੋਈ ਚੰਗੀ ਵਸਤੂ ਪ੍ਰਾਪਤ ਹੋ ਸਕੇ। ਛੱਪੜ ਢੂੰਡੈ ਕਿਆ ਹੋਵੈ। ਛੱਪੜ ਤੁਸੀਂ ਸਮਝਦੇ ਹੋਵੋਗੇ, ਪਿੰਡਾਂ ਦੇ ਬਾਹਰਲੇ ਪਾਸੇ ਪੁਰਾਣੇ ਸਮੇਂ 'ਚ ਜਿੱਥੇ ਮੀਂਹ ਦਾ ਪਾਣੀ ਇਕੱਠਾ ਹੋ ਜਾਂਦਾ ਸੀ, ਉਹ ਟੋਭੇ ਜਿਹੇ ਦੇ ਵਿੱਚ ਉਸ ਨੂੰ ਛੱਪੜ ਆਖਦੇ ਸਨ। ਉਸ ਛੱਪੜ ਦੇ ਥੱਲੇ ਚਿੱਕੜ ਹੀ ਹੁੰਦਾ, ਹੋਰ ਕੁਛ ਨਹੀਂ ਹੁੰਦਾ। ਉਹਦਾ ਪਾਣੀ ਮੈਲਾ ਹੁੰਦਾ ਹੈ, ਗੰਦਾ ਹੁੰਦਾ ਹੈ। ਪਿੰਡਾਂ ਦੇ ਲੋਕ ਉਹਨਾਂ ਛੱਪੜਾਂ ਵਿੱਚੋਂ ਪਸ਼ੂਆਂ ਨੂੰ ਪਾਣੀ ਪਿਆਉਂਦੇ, ਜਾਂ ਫਿਰ ਕੱਪੜੇ ਲੀੜੇ ਉਹਦੇ 'ਚ ਧੋ ਲੈਂਦੇ। ਇਸ ਤਰ੍ਹਾਂ ਉਸ ਪਾਣੀ ਦੀ ਉਹ ਵਰਤੋਂ ਕਰਦੇ ਸਨ। ਉਸ ਟੋਭੇ ਨੂੰ, ਉਸ ਤਲਾਬ ਨੂੰ ਜਿਹੜਾ ਕੱਚਾ ਹੁੰਦਾ ਸੀ, ਉਸ ਨੂੰ ਛੱਪੜ ਆਖਦੇ ਸਨ। ਜੇ ਕੋਈ ਬੰਦਾ ਚੰਗੀ ਚੀਜ਼ ਛੱਪੜ ਵਿੱਚੋਂ ਢੂੰਡਣ ਦਾ ਯਤਨ ਕਰੇ ਤੇ ਉਹ ਉਸ ਨੂੰ ਉੱਥੋਂ ਨਹੀਂ ਲੱਭ ਸਕਦੀ। ਉਹਦਾ ਹੱਥ ਚਿੱਕੜ ਵਿੱਚ ਹੀ ਲਿਬੜੇਗਾ, ਕਿਉਂਕਿ ਉਹਦੇ ਵਿੱਚ ਹੋਰ ਕੁਝ ਹੈ ਹੀ ਨਹੀਂ, ਚਿੱਕੜ ਹੀ ਹੈ। ਸੋ ਇਹਦੇ ਜਿਹੜੇ ਅਰਥ ਨੇ ਸ਼ਲੋਕ ਦੇ, ਸ਼ਾਬਦਿਕ ਅਰਥ, ਉਹ ਤੇ ਇਸ ਤਰ੍ਹਾਂ ਹੀ ਬਣਦੇ ਨੇ
ਪਰ ਆਪਾਂ ਇਸ ਨੂੰ ਨਾ ਗੁਰਬਾਣੀ ਦੇ ਆਧਾਰ ਤੇ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਸਰਵਰ ਕੀ ਏ, ਛੱਪੜ ਕੀ ਏ, ਤੇ ਉਹ ਵੱਥ ਕਿਹੜੀ ਏ ਜਿਹੜੀ ਸਾਨੂੰ ਪ੍ਰਾਪਤ ਹੋਣੀ ਹੈ, ਜਿਹਨੂੰ ਅਸਾਂ ਲੱਭਣਾ ਹੈ। ਗੁਰਬਾਣੀ ਦੇ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਜੀ ਆਖਦੇ ਨੇ, ਸਰਵਰ ਹੰਸ ਧੁਰੇ ਹੀ ਮੇਲਾ, ਖਸਮੈ ਏਵੈ ਪਾਣਾ, ਸਰਵਰ ਅੰਦਰ ਹੀਰਾ ਮੋਤੀ, ਸੋ ਹੰਸਾਂ ਕਾ ਖਾਣਾ। ਫਰੀਦ ਜੀ ਨੇ ਆਖਿਆ, ਸੋਈ ਸਰਵਰ ਢੂੰਡ ਲਹੋ, ਉਹ ਤਲਾਬ ਲੱਭ ਲਵੋ। ਗੁਰੂ ਨਾਨਕ ਸਾਹਿਬ ਆਖਦੇ ਨੇ, ਉਹ ਜਿਹੜਾ ਸਰਵਰ ਹੁੰਦਾ ਹੈ ਉਹ ਹੈ ਗੁਰੂ, ਤੇ ਪਰਮੇਸ਼ਵਰ ਦੇ ਪਿਆਰੇ ਲੋਕ ਉਹ ਹੁੰਦੇ ਨੇ ਹੰਸ। ਜਿਸ ਤਰ੍ਹਾਂ ਮਾਨ ਸਰੋਵਰ ਤੇ ਹੰਸ, ਉਹਨਾਂ ਦਾ ਧੁਰ ਤੋਂ ਹੀ ਮੇਲ ਵਾਹਿਗੁਰੂ ਜੀ ਨੇ ਲਿਖਿਆ ਹੋਇਆ ਹੈ, ਇਸੇ ਤਰ੍ਹਾਂ ਗੁਰੂ ਦਾ ਅਤੇ ਪਰਮਾਤਮਾ ਦੀ ਭਗਤੀ ਕਰਨ ਵਾਲੇ ਮਹਾਂਪੁਰਸ਼ਾਂ ਦਾ ਜਿਹੜਾ ਮਿਲਾਪ ਹੈ, ਉਹ ਵਾਹਿਗੁਰੂ ਜੀ ਨੇ ਧੁਰ ਤੋਂ ਹੀ ਲਿਖਿਆ ਹੋਇਆ। ਖਸਮ ਨੂੰ ਇਸ ਤਰ੍ਹਾਂ ਹੀ ਚੰਗਾ ਲੱਗਦਾ ਹੈ, ਵਾਹਿਗੁਰੂ ਜੀ ਨੂੰ ਇਸ ਤਰ੍ਹਾਂ ਹੀ ਚੰਗਾ ਲੱਗਦਾ ਹੈ। ਸਰਵਰ ਅੰਦਰ ਹੀਰਾ ਮੋਤੀ, ਗੁਰੂ ਦੇ ਕੋਲ ਹੀਰੇ ਤੇ ਮੋਤੀ ਹਨ। ਉਹ ਕਿਹੜੇ ਹਨ? ਗੁਰੂ ਸਾਹਿਬ ਨੇ ਸਾਨੂੰ ਜਪਜੀ ਸਾਹਿਬ ਜੀ ਦੀ ਬਾਣੀ ਵਿੱਚ ਇਸ ਤਰ੍ਹਾਂ ਸਮਝਾਇਆ ਹੋਇਆ ਹੈ, ਮੱਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਸੋ ਇਸ ਪੰਕਤੀ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਸਰਵਰ ਜਿਹੜਾ ਉਹ ਗੁਰੂ ਹੁੰਦਾ ਹੈ। ਹੀਰੇ ਮੋਤੀ ਜਿਹੜੇ ਹੁੰਦੇ ਨੇ ਉਹ ਸ਼ੁਭ ਗੁਣ ਹੁੰਦੇ ਨੇ। ਗੁਰੂ ਦੇ ਕੋਲ ਸ਼ੁਭ ਗੁਣਾ ਰੂਪੀ ਹੀਰੇ ਮੋਤੀ ਹੁੰਦੇ ਨੇ, ਜਿਹੜੀ ਫਰੀਦ ਸਾਹਿਬ ਨੇ ਆਖਿਆ, ਜਿੱਥੋਂ ਲੱਭੀ ਵੱਥ। ਉਹ ਵੱਥ ਕਿਹੜੀ, ਉਹ ਵਸਤੂ ਕਿਹੜੀ ਏ? ਉਹ ਹਨ ਗੁਣਾ ਰੂਪੀ ਹੀਰੇ ਤੇ ਮੋਤੀ, ਜਿਹੜੇ ਗੁਰੂ ਦੇ ਕੋਲ, ਗੁਰੂ ਰੂਪ ਸਰੋਵਰ ਦੇ ਕੋਲ ਹੁੰਦੇ ਨੇ। ਸੋ ਹੰਸਾਂ ਕਾ ਖਾਣਾ ਤੋਂ ਭਾਵੇ, ਜਿਹੜੇ ਗੁਰਮੁਖ ਪਿਆਰੇ ਗੁਰੂ ਦੀ ਸੰਗਤ ਵਿੱਚ ਆ ਕੇ ਬੈਠਦੇ ਨੇ, ਉਹ ਇਹ ਹੀਰੇ ਮੋਤੀ ਰੂਪ ਜਿਹੜੇ ਮਾਣਕ ਮੋਤੀ ਨੇ, ਸ਼ੁਭ ਗੁਣ ਨੇ, ਉਹਨਾਂ ਨੂੰ ਵਿਹਾਜਦੇ ਨੇ, ਉਹਨਾਂ ਨੂੰ ਇਕੱਠਿਆਂ ਕਰਦੇ ਨੇ। ਸੋ ਫਰੀਦ ਸਾਹਿਬ ਆਖਦੇ ਨੇ ਕਿ ਸੋਈ ਸਰਵਰ ਢੂੰਡ ਲਹੋ, ਉਸ ਗੁਰੂ ਦੀ ਭਾਲ ਕਰੋ ਜਿਸ ਗੁਰੂ ਦੇ ਕੋਲ ਸ਼ੁਭ ਗੁਣਾ ਰੂਪੀ ਹੀਰੇ ਮੋਤੀ ਹੋਣ। ਛੱਪੜਾਂ ਦੇ ਕਿਨਾਰੇ ਨਾ ਤੁਰੇ ਫਿਰਨਾ। ਹੁਣ ਅਸੀਂ ਛੱਪੜ ਵੀ ਸਮਝਣਾ ਗੁਰਬਾਣੀ ਵਿੱਚੋਂ ਕਿ ਛੱਪੜ ਕਿਸ ਨੂੰ ਆਖਿਆ। ਤੀਜੇ ਪਾਤਸ਼ਾਹ ਮਹਾਰਾਜ ਜੀ ਫਰਮਾਉਂਦੇ ਨੇ, ਮਨ ਮੁਖ ਸੇਤੀ ਸੰਗ ਕਰੇ, ਮੂੰਹ ਕਾਲਖ ਦਾਗ ਲਗਾਏ, ਮੂੰਹ ਕਾਲੇ ਤਿਨ ਲੋਭੀਆਂ, ਜਾਸਨ ਜਨਮ ਗਵਾਏ। ਮਨਮੁਖ ਬੰਦਾ ਜਿਹੜਾ ਉਹ ਛੱਪੜ ਦੀ ਨਿਆਈ ਹੈ, ਤੇ ਜਿਹੜਾ ਵੀ ਉਸ ਮਨਮੁਖ ਬੰਦੇ ਦੀ ਸੰਗਤ ਕਰੇਗਾ, ਉਹ ਵੀ ਆਪਣੇ ਮੂੰਹ ਦੇ ਉੱਤੇ ਵਿਕਾਰਾਂ ਰੂਪੀ ਦਾਗ ਲਗਵਾ ਲਵੇਗਾ। ਭਾਵ ਕੋਈ ਨਾ ਕੋਈ ਮਾੜਾ ਕੰਮ ਕਰੇਗਾ ਤੇ ਮਾੜੇ ਕੰਮ ਦਾ ਕਲੰਕ ਉਹਦੇ ਮੱਥੇ ਤੇ ਲੱਗ ਜਾਏਗਾ। ਉਹ ਮਨਮੁਖ ਲੋਕ ਨੇ ਸੰਸਾਰ ਦੇ ਅੰਦਰ। ਅਸੀਂ ਵੇਖਦੇ ਹਾਂ ਕਿ ਚੰਗੇ ਮਹਾਂਪੁਰਸ਼ ਵੀ ਹਨ ਜਿਨ੍ਹਾਂ ਨੂੰ ਗੁਰੂ ਦੇ ਤੁੱਲ ਮੰਨਿਆ ਜਾ ਸਕਦਾ ਹੈ, ਲੇਕਿਨ ਉਹਨਾਂ ਦੀ ਗਿਣਤੀ ਬੜੀ ਥੋੜ੍ਹੀ ਹੈ। ਉਹ ਕਿਤੇ ਲੁਕੇ ਛਿਪੇ ਹੋਣਗੇ। ਪਰ ਜਿਹੜੇ ਢੋਂਗੀ ਤੇ ਪਖੰਡੀ ਗੁਰੂ ਨੇ, ਉਹਨਾਂ ਦੀਆਂ ਤੇ ਲਾਈਨਾਂ ਲੱਗੀਆਂ ਹੋਈਆਂ ਨੇ। ਉਹ ਹਨ ਮਨਮੁਖ ਲੋਕ ਜਿਹੜੇ ਇੱਕ ਨਾ ਜਾਲ ਵਿਛਾਉਂਦੇ ਨੇ ਗੱਲਾਂ ਬਾਤਾਂ ਦਾ, ਮਿੱਠੀਆਂ ਮਿੱਠੀਆਂ ਗੱਲਾਂ ਕਰਨੀਆਂ, ਲੋਕਾਂ ਨੂੰ ਭਰੋਸਾ ਦਿਵਾ ਦੇਣਾ
ਕਿ ਜੋ ਮੈਂ ਕਹਿ ਰਿਹਾ ਉਹ ਸੱਚ ਹੋ ਜਾਣਾ ਹੈ। ਲੋਕੀ ਉਹਨਾਂ ਕੋਲ ਜਾਂਦੇ ਨੇ, ਕਿਸੇ ਨੂੰ ਦੁੱਖ ਤਕਲੀਫ ਹੈ, ਕਿਸੇ ਨੂੰ ਬੱਚੇ ਚਾਹੀਦੇ ਨੇ, ਕਿਸੇ ਨੂੰ ਔਲਾਦ ਚਾਹੀਦੀ ਏ। ਉਹਨਾਂ ਦੀਆਂ ਗੱਲਾਂ ਵਿੱਚ ਲੋਕ ਫਸ ਜਾਂਦੇ ਨੇ। ਸੋ ਇਹ ਮਿੱਠੀਆਂ ਮਿੱਠੀਆਂ ਗੱਲਾਂ, ਮਾਨੋ ਉਹਨਾਂ ਨੇ ਜਾਲ ਵਿਛਾਇਆ ਹੁੰਦਾ ਹੈ ਤੇ ਉਸ ਜਾਲ ਵਿੱਚ ਬਹੁਤ ਸਾਰੇ ਭੋਲੇ ਭਾਲੇ ਲੋਕ ਪੰਛੀਆਂ ਦੀ ਤਰ੍ਹਾਂ ਜਾ ਕੇ ਫਸ ਜਾਂਦੇ ਨੇ ਤੇ ਅਖੀਰ ਨੂੰ ਉਹਨਾਂ ਦੇ ਮੱਥੇ ਤੇ ਵੀ ਕੋਈ ਨਾ ਕੋਈ ਕਲੰਕ ਹੀ ਲੱਗਦਾ ਹੈ, ਦਾਗ ਹੀ ਲੱਗਦਾ ਹੈ। ਆਪਾਂ ਵੇਖਦੇ ਹਾਂ ਇਸ ਚੱਲ ਰਹੇ ਸਮੇਂ ਦੇ ਅੰਦਰ ਕਿੰਨੇ ਧਰਮ ਗੁਰੂ ਸਨ ਜਿਨ੍ਹਾਂ ਦੇ ਪਿੱਛੇ ਲੱਖਾਂ ਲੋਕ ਲੱਗੇ ਹੋਏ ਸਨ, ਲੇਕਿਨ ਉਹ ਜੇਲ੍ਹਾਂ ਵਿੱਚ ਬੰਦ ਨੇ ਤੇ ਉਹਨਾਂ ਉੱਤੇ ਜਿਹੜੇ ਮੁਕੱਦਮੇ ਨੇ ਉਹ ਬਲਾਤਕਾਰ ਦੇ ਚੱਲਦੇ ਨੇ। ਉਹਨਾਂ ਦੇ ਉੱਤੇ ਮੁਕੱਦਮੇ ਕਤਲ ਹੋਣ ਦੇ ਕੀਤੇ ਜਾਣ ਦੇ ਚੱਲਦੇ ਨੇ। ਜਿਹੜੇ ਉਹਨਾਂ ਦੇ ਫਾਲੋਅਰਸ ਨੇ ਉਹਨਾਂ ਦਾ ਕੀ ਬਣੇਗਾ ਹੁਣ? ਇਹ ਗੱਲ ਭਗਤ ਫਰੀਦ ਸਾਹਿਬ ਸਾਨੂੰ ਆਖਦੇ ਨੇ, ਛੱਪੜ ਢੂੰਡੈ ਕਿਆ ਹੋਵੇ। ਜੇ ਤੁਸੀਂ ਮਨਮੁਖ ਬੰਦਿਆਂ ਕੋਲੋਂ ਜਾ ਕੇ ਨਾਮ ਦੀ ਦਾਤ ਲੱਭਣ ਦੀ ਕੋਸ਼ਿਸ਼ ਕਰੋ, ਮਨਮੁਖ ਇਹੋ ਜਿਹੇ ਲੋਕਾਂ ਨੂੰ ਜਾ ਕੇ ਆਖੋ ਕਿ ਸਾਨੂੰ ਰੱਬ ਦਾ ਦਰਸ਼ਨ ਕਰਾ ਦਿਓ, ਛੱਪੜ ਢੂੰਡੈ ਕਿਆ ਹੋਵੇ। ਉੱਥੋਂ ਨਹੀਂ ਇਹ ਚੀਜ਼ਾਂ ਮਿਲਦੀਆਂ। ਚਿੱਕੜ ਡੁੱਬੈ ਹੱਥ, ਉੱਥੇ ਤੇ ਹੱਥਾਂ ਨੂੰ ਯਾਨੀ ਮੱਥੇ ਤੇ ਵਿਕਾਰਾਂ ਦੇ ਕਲੰਕ ਹੀ ਲੱਗਣੇ ਨੇ। ਮੂੰਹ ਕਾਲੇ ਤਿੰਨ ਲੋਭੀਆਂ ਜਾਸਨ ਜਨਮ ਗਵਾਏ, ਉਹ ਆਪ ਵੀ ਤੇ ਉਹਨਾਂ ਦੇ ਪਿਛਲੱਗ ਜਿਹੜੇ ਨੇ ਉਹ ਵੀ ਆਪਣਾ ਜਨਮ ਗਵਾ ਕੇ ਚਲੇ ਜਾਣਗੇ। ਸੋ ਫਰੀਦ ਸਾਹਿਬ ਸਾਨੂੰ ਨਾ ਇਹ ਸ਼ਲੋਕ ਨੰਬਰ 53 ਵਿੱਚ ਪੂਰੇ ਗੁਰੂ ਦੀ ਸ਼ਰਨ ਵਿੱਚ ਜਾਣ ਦੀ ਗੱਲ ਕਰਦੇ ਨੇ ਕਿ ਸੱਚੇ ਗੁਰੂ ਦੀ ਸੰਗਤ ਵਿੱਚ ਜਾਓ, ਝੂਠੇ ਪਖੰਡੀਆਂ ਤੇ ਦੰਭੀਆਂ ਗੁਰੂਆਂ ਕੋਲੋਂ ਬਚ ਜਾਓ। ਉੱਥੇ ਜਾਣ ਦੀ ਜ਼ਰੂਰਤ ਨਹੀਂ, ਉਹਨਾਂ ਦੇ ਕੋਲ ਕੁਝ ਵੀ ਨਹੀਂ ਸਿਵਾਏ ਚਿੱਕੜ ਤੋਂ, ਸਿਵਾਏ ਵਿਕਾਰਾਂ ਤੋਂ। ਸੋ ਇਹ ਸਾਨੂੰ ਫਰੀਦ ਸਾਹਿਬ ਨੇ ਸ਼ਲੋਕ ਨੰਬਰ 53 ਦੇ ਵਿੱਚ ਸਮਝਾ ਦਿੱਤਾ ਹੈ। ਸ਼ਲੋਕ ਨੰਬਰ 54 ਜਿਹਦੇ ਵਿੱਚ ਫਰੀਦ ਸਾਹਿਬ ਆਖਦੇ ਨੇ, ਫਰੀਦਾ ਨੰਢੀ ਕੰਤ ਨਾ ਰਾਵਿਓ, ਵੱਡੀ ਥੀ ਮੁਈ ਆਸ, ਧਨ ਕੁਕੇਂਦੀ ਗੋਰ ਮੇ, ਤੈਂ ਸ਼ਹਿ ਨਾ ਮਿਲੀ ਆਸ। ਨੰਢੀ ਦਾ ਮਤਲਬ ਹੁੰਦਾ ਹੈ ਨੌਜਵਾਨ ਇਸਤਰੀ, ਤੇ ਨੌਜਵਾਨ ਇਸਤਰੀ ਇੱਥੇ ਸਾਨੂੰ ਸਭਨਾਂ ਨੂੰ ਆਖਿਆ ਜਾਂਦਾ, ਜਿੰਨੇ ਵੀ ਅਸੀਂ ਮਨੁੱਖ ਜਾਮੇ ਵਿੱਚ ਚਾਹੇ ਮਰਦ ਹਾਂ ਚਾਹੇ ਔਰਤਾਂ ਹਨ, ਉਹਨਾਂ ਨੂੰ ਫਰੀਦ ਸਾਹਿਬ ਇੱਥੇ ਔਰਤ ਦੇ ਰੂਪ ਵਿੱਚ ਲੈ ਕੇ ਗੱਲ ਕਰਦੇ ਨੇ। ਔਰ ਗੁਰਬਾਣੀ ਵਿੱਚ ਬਹੁਤ ਥਾਵਾਂ ਤੇ ਬਚਨ ਆਇਆ ਹੈ ਕਿ ਅਸੀਂ ਸਾਰੀਆਂ ਇਸਤਰੀਆਂ ਹਾਂ, ਕੰਤ ਸਾਡਾ ਇੱਕੋ ਹੀ ਹੈ, ਅਕਾਲ ਪੁਰਖ ਵਾਹਿਗੁਰੂ। ਫਰੀਦਾ ਨੰਢੀ ਕੰਤ ਨਾ ਰਾਵਿਓ, ਇਸ ਜੀਵ ਰੂਪ ਇਸਤਰੀ ਨੇ ਆਪਣੀ ਜ਼ਿੰਦਗੀ ਦੇ ਅੰਦਰ ਕੰਤ ਮੈਨੇ ਪਰਮਾਤਮਾ ਨਾ ਰਾਵਿਓ, ਮੈਨੇ ਉਹਦੇ ਨਾਲ ਮਿਲਾਪ ਨਹੀਂ ਹਾਸਲ ਕੀਤਾ, ਉਹਦੇ ਮਿਲਨ ਦੇ ਆਨੰਦ ਨੂੰ ਨਹੀਂ ਮਾਣਿਆ। ਵੱਡੀ ਥੀ ਮੁਈ ਆਸ, ਜਦੋਂ ਵੱਡੀ ਹੋਈ, ਬਜ਼ੁਰਗ ਹੋ ਗਈ ਤੇ ਉਸ ਤੋਂ ਬਾਅਦ ਤੇ ਮੌਤ ਹੀ ਆਉਣੀ ਹੁੰਦੀ ਏ। ਬਜ਼ੁਰਗ ਹੋਣ ਤੋਂ ਬਾਅਦ ਕੋਈ ਜਵਾਨੀ ਤੇ ਨਹੀਂ ਨਾ ਆਉਂਦੀ। ਜਦੋਂ ਅਸੀਂ ਬਜ਼ੁਰਗ ਹੁੰਨੇ ਆ ਉਸ ਤੋਂ ਬਾਅਦ ਬਸ ਮੌਤ ਦਾ ਹੀ ਇੰਤਜ਼ਾਰ ਕਰਨਾ ਹੁੰਦਾ ਹੈ, ਉਹ ਨਹੀਂ ਆਉਣਾ ਹੁੰਦਾ। ਕਿੱਦਣ ਆਏ ਉਹ ਤੇ ਪਤਾ ਨਹੀਂ, ਪਰ ਆਏਗੀ ਜ਼ਰੂਰ। ਫਰੀਦ ਜੀ ਆਖਦੇ ਨੇ ਆਪਣੇ ਜੀਵਨ ਕਾਲ ਵਿੱਚ ਇਸ ਜੀਵ ਰੂਪ ਇਸਤਰੀ ਨੇ ਜਦੋਂ ਇਹ ਜਵਾਨੀ ਅਵਸਥਾ ਵਿੱਚ ਸੀ, ਉਦੋਂ ਆਪਣੇ ਕੰਤ ਪਰਮਾਤਮਾ ਨੂੰ, ਵਾਹਿਗੁਰੂ ਜੀ ਨੂੰ ਮਿਲਣ ਦਾ ਆਨੰਦ ਨਹੀਂ ਮਾਣਿਆ। ਤੇ ਜਦੋਂ ਵੱਡੀ ਹੋ ਗਈ, ਬਜ਼ੁਰਗ ਹੋ ਗਈ, ਉਸ ਤੋਂ ਬਾਅਦ ਸਰੀਰ ਤਿਆਗ ਗਈ ਤੇ ਚਲੀ ਗਈ ਸੰਸਾਰ ਨੂੰ ਛੱਡ ਕੇ। ਧਨ ਕੁਕੇਂਦੀ ਗੋਰ ਮੇ, ਧਨ ਦਾ ਮਤਲਬ ਵੀ ਇਸਤਰੀ ਹੁੰਦਾ ਹੈ। ਕੁਕੇਂਦੀ ਮਤਲਬ ਹੁਣ ਉੱਥੇ ਬਹਿ ਕੇ ਪਛੋਤਾਵਾ ਕਰਦੀ ਏ, ਕੂਕਦੀ ਹੈ, ਰੋਂਦੀ ਹੈ। ਗੋਰ ਮੇ ਯਾਨੀ ਕਬਰਾਂ ਵਿੱਚ। ਧਨ ਕੁਕੇਂਦੀ ਗੋਰ ਮੇ,
ਹੁਣ ਉਹ ਜੀਵ ਰੂਪ ਇਸਤਰੀ ਜਿਨਨੇ ਜਵਾਨੀ ਉਮਰ ਦੇ ਵਿੱਚ ਵਾਹਿਗੁਰੂ ਜੀ ਦੇ ਨਾਲ ਮਿਲਾਪ ਹਾਸਲ ਨਹੀਂ ਸੀ ਕੀਤਾ, ਹੁਣ ਮਰਨ ਤੋਂ ਬਾਅਦ ਉਹਦੇ ਸਰੀਰ ਨੂੰ ਕਬਰ ਵਿੱਚ ਦੱਬ ਦਿੱਤਾ ਗਿਆ ਤੇ ਮਾਨੋ ਹੁਣ ਕਬਰ ਵਿੱਚ ਬਹਿ ਕੇ ਪਛੋਤਾਵਾ ਕਰ ਰਹੀ ਏ। ਪਛਤਾਉਂਦੀ ਕੀ ਆਖਦੀ ਏ, ਤੈਂ ਸ਼ਹਿ ਨਾ ਮਿਲੀ ਆਸ। ਸ਼ਹਿ ਦਾ ਮਤਲਬ ਹੁੰਦਾ ਹੈ ਜਿਵੇਂ ਉੱਤੇ ਕੰਤ ਹੈ ਨਾ ਸ਼ਬਦ, ਕੰਤ ਮੈਨੇ ਮਾਲਕ ਪਰਮਾਤਮਾ। ਇੱਥੇ ਸ਼ਹਿ ਦਾ ਮਤਲਬ ਹੈ ਮਾਲਕ ਪਰਮਾਤਮਾ। ਹੇ ਵਾਹਿਗੁਰੂ, ਹੇ ਪਰਮਾਤਮਾ, ਮੈਂ ਆਪਣੀ ਜਵਾਨੀ ਉਮਰ ਵਿੱਚ ਤੈਨੂੰ ਮਿਲ ਨਾ ਸਕੀ, ਇਹ ਪਛਤਾਵਾ ਏ ਹੁਣ। ਤੇ ਆਪਾਂ ਸਾਰਿਆਂ ਜਣਿਆਂ ਨੇ ਇਹ ਗੱਲ ਫਰੀਦ ਸਾਹਿਬ ਜੀ ਦੀ ਜਿਹੜੀ ਉਹਨਾਂ ਨੇ ਸਾਨੂੰ ਸਮਝਾਈ ਏ, ਇਸ ਨੂੰ ਧਿਆਨ ਵਿੱਚ ਲਿਆਉਣਾ ਹੈ। ਤੇ ਧਿਆਨ ਵਿੱਚ ਇਸ ਤਰ੍ਹਾਂ ਲਿਆਉਣਾ ਹੈ ਕਿ ਜਿਵੇਂ ਹੁਣ ਮੇਰੀ ਉਮਰ ਏ, ਜਵਾਨੀ ਬੀਤ ਗਈ ਏ, ਤੇ ਜੇ ਜਵਾਨੀ ਵਿੱਚ ਕੋਈ ਚੱਜ ਦਾ ਕੰਮ ਨਹੀਂ ਕੀਤਾ, ਕੋਈ ਭਜਨ ਬੰਦਗੀ ਨਹੀਂ ਕੀਤੀ, ਤੇ ਹੁਣ ਵੱਡੇ ਹੋ ਕੇ ਮਰਨਾ ਬਾਕੀ ਏ, ਤੇ ਫਿਰ ਇਸ ਤੋਂ ਬਾਅਦ ਪਛਤਾਵਾ ਹੀ ਪਿੱਛੇ ਰਹਿ ਜਾਣਾ ਹੈ, ਹੋਰ ਕੁਝ ਵੀ ਪੱਲੇ ਨਹੀਂ ਰਹਿਣਾ। ਸੋ ਆਪਾਂ ਸਾਰਿਆਂ ਨੇ ਆਪੋ ਆਪਣੇ ਗਿਰੀਬਾਨ ਵਿੱਚ ਝਾਤੀ ਮਾਰ ਕੇ ਵੇਖਣਾ ਹੈ ਕਿ ਸੱਚਮੁੱਚ ਹੀ ਅਸੀਂ ਪ੍ਰਭੂ ਦੀ ਭਗਤੀ ਕਰਦੇ ਹਾਂ ਕਿ ਨਹੀਂ ਕਰਦੇ। ਜੇ ਕਰਦੇ ਹਾਂ ਤੇ ਪਛਤਾਵਾ ਨਹੀਂ ਹੋਏਗਾ, ਜੇ ਭਗਤੀ ਨਹੀਂ ਕਰਦੇ ਤੇ ਅਖੀਰ ਨੂੰ ਪਛਤਾਵਾ ਹੀ ਪੱਲੇ ਰਹਿ ਜਾਣਾ, ਹੋਰ ਕੁਝ ਵੀ ਸਾਨੂੰ ਨਹੀਂ ਮਿਲਣਾ। ਫਰੀਦ ਸਾਹਿਬ ਨੇ ਇਸ ਗੱਲ ਨੂੰ ਹੋਰ ਸਪਸ਼ਟ ਕੀਤਾ ਸੀ ਜਦੋਂ ਆਪਾਂ ਪਿੱਛੇ ਸ਼ਲੋਕ ਪੜ੍ਹੇ ਸਨ ਫਰੀਦ ਸਾਹਿਬ ਦੇ। ਫਰੀਦਾ ਕਾਲੀ ਜਿੰਨੀ ਨਾ ਰਾਵਿਆ, ਨੰਢੀ ਕੰਤ ਨਾ ਰਾਵਿਓ, ਤੋਂ ਮਤਲਬ ਇਹ ਕਾਲੀ ਜਿੰਨੀ ਨਾ ਰਾਵਿਆ, ਧੌਲੀ ਰਾਵੈ ਕੋਏ। ਜਦੋਂ ਇਹ ਕੇਸ ਚਿੱਟੇ ਹੋ ਜਾਂਦੇ ਨੇ, ਬੁਢੇਪਾ ਆ ਜਾਂਦਾ ਹੈ, ਉਦੋਂ ਕੋਈ ਵਿਰਲਾ ਹੀ ਮਨੁੱਖ ਹੁੰਦਾ ਹੈ ਜਿਹੜਾ ਵਾਹਿਗੁਰੂ ਜੀ ਦੀ ਭਗਤੀ ਕਰਦਾ ਹੈ। ਨਹੀਂ ਤੇ ਉਹ ਜਿਹੜੇ ਕਰਮ ਜਵਾਨੀ 'ਚ ਕੀਤੇ ਹੁੰਦੇ ਨੇ, ਬੁਢੇਪੇ ਵਿੱਚ ਉਹੋ ਹੀ ਰਹਿ ਕੇ ਯਾਦ ਆਉਂਦੇ ਰਹਿੰਦੇ ਨੇ। ਜੇ ਤੁਸੀਂ ਚਾਹੋ ਵੀ ਨਾ ਹੁਣ ਅਸੀਂ ਜਪਜੀ ਸਾਹਿਬ ਪੜ੍ਹ ਲਈਏ, ਹੁਣ ਅਸੀਂ ਹੋਰ ਕੋਈ ਪਾਠ ਕਰ ਲਈਏ, ਹੁਣ ਵਾਹਿਗੁਰੂ ਦਾ ਸਿਮਰਨ ਕਰੀਏ, ਤੇ ਕੋਈ ਨਹੀਂ ਜੇ ਹੋਣਾ, ਬਿਲਕੁਲ ਨਹੀਂ ਜੇ ਹੋਣਾ। ਪੱਕੀ ਗੱਲ ਪੱਲੇ ਬੰਨ੍ਹ ਲਓ। ਕਿਉਂ ਨਹੀਂ ਹੋਣਾ? ਕਿਉਂਕਿ ਜਵਾਨੀ ਵਿੱਚ ਕੀਤੇ ਹੋਏ ਕੰਮ ਉਹ ਯਾਦ ਆਉਂਦੇ ਰਹਿਣੇ ਨੇ, ਉਹਨਾਂ ਨੇ ਸਾਨੂੰ ਸਿਮਰਨ ਵਾਲੇ ਪਾਸੇ ਲੱਗਣ ਹੀ ਨਹੀਂ ਦੇਣਾ। ਆਪਾਂ ਇੱਕ ਛੋਟੀ ਜਿਹੀ ਉਦਾਹਰਨ ਨਾਲ ਸਮਝ ਸਕਦੇ ਹਾਂ ਕਿ ਅੱਜ ਸਾਰਾ ਦਿਨ ਆਪਾਂ ਜੋ ਕੁਛ ਕੀਤਾ ਹੈ, ਚੰਗਾ ਜਾਂ ਮੰਦਾ, ਹੁਣੇ ਤੁਸੀਂ ਸ਼ਾਮ ਨੂੰ ਘਰ ਵਿੱਚ ਜਾ ਕੇ ਚੁੱਪ ਕਰਕੇ ਅੱਖਾਂ ਬੰਦ ਕਰਕੇ ਵਾਹਿਗੁਰੂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਕੇ ਵੇਖਣਾ, ਜੋ ਸਾਰਾ ਦਿਨ 'ਚ ਕੀਤਾ ਹੈ ਉਹੋ ਹੀ ਚੇਤੇ ਆਉਣਾ ਹੈ। ਮੁੜ ਮੁੜ ਕੇ ਉਹ ਬਾਰ-ਬਾਰ ਚੇਤੇ ਆਏਗਾ, ਸਿਮਰਨ 'ਚ ਮਨ ਨਹੀਂ ਲੱਗਣਾ। ਬਿਲਕੁਲ ਇਸੇ ਤਰ੍ਹਾਂ ਬੁਢੇਪੇ ਵਾਲੀ ਅਵਸਥਾ ਵਿੱਚ ਜਵਾਨੀ ਦੇ ਕੀਤੇ ਕਾਰਨਾਮੇ ਯਾਦ ਆਈ ਜਾਣੇ ਨੇ, ਸਿਮਰਨ ਵਿੱਚ ਮਨ ਕੋਈ ਨਹੀਂ ਲੱਗਣਾ। ਇਸ ਲਈ ਫਰੀਦ ਸਾਹਿਬ ਆਖਦੇ ਨੇ ਕਿ ਜਵਾਨੀ ਉਮਰ ਵਿੱਚ ਹੀ ਸਾਨੂੰ ਸਿਮਰਨ ਕਰਨਾ ਚਾਹੀਦਾ। ਜਿਹੜੇ ਲੋਕ ਕਹਿੰਦੇ ਨੇ ਨਾ ਕਿ ਜਦੋਂ ਬੱਚੇ ਜਵਾਨ ਹੋ ਜਾਣਗੇ, ਵੱਡੇ ਹੋ ਜਾਣਗੇ, ਫਿਰ ਅਸੀਂ ਵਿਹਲੇ ਹੋ ਕੇ, ਰਿਟਾਇਰ ਹੋ ਕੇ, ਫਿਰ ਅਸੀਂ ਭਜਨ ਬੰਦਗੀ ਕਰਾਂਗੇ, ਇਹ ਜੀ ਉਹਨਾਂ ਨੂੰ ਇੱਕ ਭੁਲੇਖਾ ਹੈ। ਹੋਣਾ ਨਹੀਂ, ਕਿਸੇ ਵਿਰਲੇ ਨੂੰ ਛੱਡ ਕੇ। ਕਿਉਂਕਿ ਇੱਥੇ ਨਾ ਲਿਖਿਆ ਧੌਲੀ ਰਾਵੈ ਕੋਏ, ਕੋਈ ਵਿਰਲਾ ਬੰਦਾ ਭਜਨ ਕਰ ਲੈਂਦਾ ਬਜ਼ੁਰਗ ਅਵਸਥਾ ਵਿੱਚ ਵੀ, ਨਹੀਂ ਤੇ ਸਾਰੇ ਨਹੀਂ ਜੇ ਕਰ ਸਕਦੇ। ਸਾਰਿਆਂ ਦੀ ਹਾਲਤ ਉਹੀ ਹੋਣੀ ਹੈ ਜਿਵੇਂ ਅੱਜ ਦੇ ਕੀਤੇ ਕੰਮ ਸ਼ਾਮ ਨੂੰ ਚੇਤੇ ਆਉਂਦੇ ਨੇ, ਰਾਤ ਦੇ ਕੀਤੇ ਕੰਮ ਸਵੇਰੇ ਚੇਤੇ ਆਉਂਦੇ ਨੇ, ਇਸੇ ਤਰ੍ਹਾਂ ਜਵਾਨੀ ਦੇ ਕੀਤੇ ਹੋਏ ਕੰਮ ਬੁਢੇਪੇ ਵਿੱਚ ਯਾਦ ਆਉਣੇ ਨੇ। ਭਜਨ ਬੰਦਗੀ ਵੱਲ ਕੋਈ ਨਹੀਂ ਮਨ ਲੱਗਣਾ। ਆਖਦੇ ਨੇ ਫਰੀਦ ਸਾਹਿਬ, ਕਰ ਸਾਇੰਸਿਓਂ ਪਿਰਹੜੀ ਰੰਗ ਨਵੇਲਾ ਹੋਏ। ਪਿਰਹੜੀ ਤੋਂ ਮਤਲਬ ਹੈ ਪਿਆਰ ਪਾ ਮਾਲਕ ਨਾਲ, ਸਿਮਰਨ ਕਰ ਵਾਹਿਗੁਰੂ ਜੀ ਦਾ, ਜਵਾਨੀ ਉਮਰ ਵਿੱਚ ਕਰ। ਰੰਗ ਨਵੇਲਾ ਹੋਏ ਤੋਂ ਮਤਲਬ ਹੈ ਤੈਨੂੰ ਇੱਕ ਵੱਖਰੀ ਕਿਸਮ ਦਾ ਨਵਾਂ ਪਿਆਰ ਦਾ ਹੁਲਾਰਾ ਮਿਲੇਗਾ, ਪਰਮਾਤਮਾ ਦੇ ਪਿਆਰ ਦਾ, ਜੇ ਤੂੰ ਉਸ ਮਾਲਕ ਦੀ ਹੁਣ ਭਗਤੀ ਕਰੇ। ਜੇ ਨਹੀਂ ਕਰੇਗਾ ਤੇ ਫਿਰ ਭਾਈ ਅਖੀਰ ਨੂੰ ਕੇਵਲ ਪਛਤਾਵਾ ਹੀ ਪੱਲੇ ਪੈਣਾ, ਹੋਰ ਕੁਝ ਨਹੀਂ ਪੱਲੇ ਪੈਣ ਵਾਲਾ।
ਸੋ ਸ਼ਲੋਕ ਨੰਬਰ 54 ਵਿੱਚ ਫਰੀਦ ਸਾਹਿਬ ਨੇ ਸਾਨੂੰ ਇਹ ਗੱਲ ਸਮਝਾਈ ਏ ਕਿ ਜਵਾਨੀ ਉਮਰ ਵਿੱਚ ਸਾਨੂੰ ਵਾਹਿਗੁਰੂ ਜੀ ਦੀ ਭਗਤੀ ਕਰ ਲੈਣੀ ਚਾਹੀਦੀ ਏ। ਜੇ ਜਵਾਨੀ ਉਮਰ ਵਿੱਚ ਇਹ ਮੌਕਾ ਅਸੀਂ ਹੱਥੋਂ ਗਵਾ ਲਿਆ ਤੇ ਜਦੋਂ ਬਜ਼ੁਰਗ ਹੋ ਕੇ ਸਰੀਰ ਤਿਆਗ ਗਏ ਤੇ ਫਿਰ ਕੇਵਲ ਪਛਤਾਵਾ ਸਾਡੇ ਪੱਲੇ ਰਹਿ ਜਾਣਾ ਹੈ, ਹੋਰ ਕੁਝ ਵੀ ਨਹੀਂ ਰਹਿਣਾ। ਅਖੀਰਲਾ ਹੈ ਸ਼ਲੋਕ ਨੰਬਰ 55 ਅੱਜ ਦੇ ਲਈ। ਫਰੀਦਾ ਸਿਰ ਪਲਿਆ ਦਾੜੀ ਪਲੀ ਮੁੱਛਾਂ ਭੀ ਪਲੀਆਂ ਰੇ ਮਨ ਗਹਿਲੇ ਬਾਵਲੇ ਮਾਣ ਹੈ ਕਿਆ ਰਲੀਆਂ। ਇਹ ਜਿਹੜਾ ਪਲਿਆ ਤੇ ਪਲੀ ਸ਼ਬਦ ਹੈ ਨਾ ਜੀ, ਇਹਦਾ ਅਰਥ ਹੈ ਚਿੱਟੇ ਹੋ ਗਏ ਵਾਲ। ਫਰੀਦਾ ਸਿਰ ਪਲਿਆ, ਸਿਰ ਦੇ ਵਾਲ ਚਿੱਟੇ ਹੋ ਗਏ। ਦਾੜੀ ਪਲੀ, ਦਾੜੀ ਦੇ ਕੇਸ ਚਿੱਟੇ ਹੋ ਗਏ। ਮੁੱਛਾਂ ਭੀ ਪਲੀਆਂ, ਉਹ ਵੀ ਚਿੱਟੀਆਂ ਹੋ ਗਈਆਂ। ਰੇ ਮਨ ਗਹਿਲੇ ਬਾਵਲੇ ਮਾਣ ਹੈ ਕਿਆ ਰਲੀਆਂ। ਗਹਿਲੇ ਬਾਵਲੇ, ਹੇ ਮੇਰੇ ਮੂਰਖ ਤੇ ਬੇਪਰਵਾਹ ਮਨ, ਮਾਣ ਹੈ ਕਿਆ ਰਲੀਆਂ। ਤੂੰ ਸੰਸਾਰ ਵਿੱਚ ਕੀ ਰੰਗ ਰਲੀਆਂ ਮਾਣ ਰਿਹਾ ਹੈ। ਰੰਗ ਰਲੀਆਂ ਤੋਂ ਭਾਵ ਏ ਰੱਬ ਜੀ ਨੂੰ ਵਿਸਾਰ ਕੇ ਵਿਕਾਰਾਂ ਵਿੱਚ ਖਚਤ ਹੋਏ ਰਹਿਣਾ। ਆਮ ਕਰਕੇ ਲੋਕ ਕੀ ਕਰਦੇ ਨੇ, ਸਾਰਾ ਦਿਨ ਕੰਮ ਧੰਦਾ ਕੀਤਾ। ਆਪਾਂ ਇਹ ਤੇ ਨਹੀਂ ਕਹਿੰਦੇ ਆਪਾਂ ਕੁਛ ਮਾੜਾ ਕਰਦੇ ਹਾਂ, ਚੰਗਾ ਹੀ ਕਰਦੇ ਹਾਂ। ਸ਼ਾਮ ਪਈ, ਥੋੜਾ ਬਾਲਾ ਨਸ਼ਾ ਪੱਤਾ ਕਰ ਲਿਆ, ਫਿਰ ਟੀਵੀ ਅੱਗੇ ਬਹਿ ਗਏ। 2 ਉੱਥੇ ਹੀ ਵੱਜ ਜਾਂਦੇ ਨੇ ਟੀਵੀ ਅੱਗੇ ਬੈਠਿਆਂ ਹੀ। ਜਦੋਂ ਅੰਮ੍ਰਿਤ ਵੇਲਾ ਹੁੰਦਾ ਉਦੋਂ ਆਪਾਂ ਨੂੰ ਨੀਂਦ ਆਉਂਦੀ ਹੈ, ਫਿਰ ਆਪਾਂ 9 ਵਜੇ ਉੱਠਦੇ ਹਾਂ, ਫਿਰ ਆਪਣਾ 9 ਵਜੇ ਅੰਮ੍ਰਿਤ ਵੇਲਾ ਹੁੰਦਾ ਹੈ। ਇਹ ਗੱਲ ਸਮਝਾਈ ਜਾ ਰਹੀ ਹੈ ਕਿ ਆਹ ਜਿਹੜਾ ਜ਼ਿੰਦਗੀ ਦਾ ਚੰਗਾ ਵਕਤ ਸੀ ਉਹ ਤੂੰ ਇਸ ਤਰ੍ਹਾਂ ਗਵਾ ਰਿਹਾ ਹੈ। ਕਿਉਂ ਇਹ ਰੰਗ ਰਲੀਆਂ ਵਿੱਚ ਤੂੰ ਫਸਿਆ ਹੋਇਆ, ਵਿਕਾਰਾਂ ਵਿੱਚ ਫਸਿਆ ਹੋਇਆ ਹੈ। ਇਹ ਦੁਨੀਆ ਦੇ ਰੰਗ ਰੂਪ ਨੂੰ ਵੇਖਦਾ ਵੇਖਦਾ ਹੀ ਤੂੰ ਸਾਰੀ ਉਮਰ ਹੀ ਬਿਤਾ ਲਈਏ। ਗਹਿਲੇ ਤੇ ਬਾਵਲੇ ਮਨ, ਹੇ ਮੇਰੇ ਬੇਪਰਵਾਹ ਤੇ ਕਮਲੇ ਮਨ, ਸਮਝਣ ਦੀ ਕੋਸ਼ਿਸ਼ ਕਰ। ਫਰੀਦ ਜੀ ਆਖਦੇ ਨੇ, ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ। ਇਹ ਵੇਖੋ, ਇਹ ਸਾਰੇ ਬਚਨ ਨਾ ਸਾਡੀ ਜਵਾਨੀ ਉਮਰ ਨਾਲ ਸੰਬੰਧਿਤ ਨੇ। ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ। ਪਰਮੇਸ਼ਵਰ ਦੇ ਨਾਮ ਸਿਮਰਨ ਰੂਪੀ ਬੇੜਾ ਬੰਨ੍ਹਣਾ ਸੀ। ਭਾਵ ਅਸੀਂ ਭਵ ਸਾਗਰ ਨੂੰ ਤਰਨਾ ਹੈ ਤੇ ਭਵ ਸਾਗਰ ਨੂੰ ਤਰਨ ਵਾਸਤੇ ਸਾਨੂੰ ਕੋਈ ਬੇੜਾ ਚਾਹੀਦਾ, ਕੋਈ ਜਹਾਜ਼ ਚਾਹੀਦਾ ਹੈ। ਗੁਰਮਤਿ ਸਾਨੂੰ ਇਹ ਕਹਿੰਦੀ ਏ, ਸਮਝਾਉਂਦੀ ਏ ਕਿ ਜਨਮ ਤੇ ਮਰਨ ਨੂੰ ਭਵ ਸਾਗਰ ਆਖਦੇ ਨੇ ਤੇ ਵਾਹਿਗੁਰੂ ਜੀ ਦੇ ਨਾਮ ਨੂੰ ਬੇੜਾ ਆਖਦੇ ਨੇ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਜਿਹੜਾ ਵਾਹਿਗੁਰੂ ਜੀ ਦੇ ਨਾਮ ਰੂਪੀ ਜਹਾਜ਼ ਤੇ ਚੜ੍ਹ ਜਾਏਗਾ ਉਹ ਭਵ ਸਾਗਰ ਤੋਂ ਪਾਰ ਲੰਘ ਜਾਏਗਾ। ਤੇ ਜਿਸ ਨੇ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਨਾ ਕੀਤਾ ਉਹ ਇਸ ਭਵ ਸਾਗਰ ਵਿੱਚ ਯਾਨੀ ਜਨਮ ਤੇ ਮਰਨ ਦੇ ਗੇੜ ਵਿੱਚ ਪਿਆ ਰਹੇਗਾ, ਇਹਦੇ 'ਚ ਡੁੱਬ ਜਾਏਗਾ। ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ। ਇਹ ਸੀ ਪਰਮੇਸ਼ਵਰ ਦੇ ਨਾਮ ਰੂਪ ਬੇੜੇ ਨੂੰ ਬੰਨ੍ਹਣਾ ਤੇ ਬੰਧਨ ਕੀ ਵੇਲਾ ਸੀ ਜਵਾਨੀ ਉਮਰ, ਉਦੋਂ ਤੇ ਬੰਨ ਨਾ ਸਕਿਆ। ਭਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ। ਇੱਥੇ ਜ਼ਿੰਦਗੀ ਰੂਪੀ ਸਰੋਵਰ ਜਦੋਂ ਵਿਕਾਰਾਂ ਨਾਲ ਭਰ ਜਾਏਗਾ, ਜਦੋਂ ਆਪਾਂ ਜੀ ਵੱਡੇ ਹੋ ਜਾਂਦੇ ਆ, ਵਿਆਹ ਹੋ ਜਾਂਦਾ ਹੈ, ਬੱਚੇ ਹੋ ਜਾਂਦੇ ਨੇ, ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ, ਫਿਰ ਉਨਾ ਸਮਾਂ ਨਹੀਂ ਸਾਡੇ ਕੋਲ ਹੁੰਦਾ ਜਿੰਨਾ ਸਮਾਂ ਸਾਡੇ ਕੋਲ ਜਵਾਨੀ ਉਮਰ ਵਿੱਚ ਹੁੰਦਾ। ਜਿਵੇਂ ਜਿਵੇਂ ਜ਼ਿੰਮੇਵਾਰੀਆਂ ਵਧਣਗੀਆਂ ਸਮਾਂ ਘਟਦਾ ਜਾਏਗਾ। ਸਮਾਂ ਤੇ 24 ਘੰਟੇ ਰਹਿਣੇ ਨੇ, ਉਹ ਤੇ ਵਧਣਾ ਨਹੀਂ, ਲੇਕਿਨ ਜ਼ਿੰਮੇਵਾਰੀਆਂ ਵੱਧਦੀਆਂ ਜਾਣੀਆਂ ਤੇ ਉਹਦੇ ਮੁਕਾਬਲੇ ਸਮਾਂ ਸਾਡੇ ਕੋਲ ਘਟਦਾ ਜਾਣਾ ਹੈ। ਜਵਾਨੀ ਉਮਰ ਵਿੱਚ ਅਸੀਂ ਪੜ੍ਹਨਾ ਹੁੰਦਾ ਹੈ, 2-4-5 ਘੰਟੇ ਪੜ੍ਹ ਲਿਆ ਤੇ ਕਾਫੀ ਏ, ਸਕੂਲ ਅਟੈਂਡ ਕਰ ਆਏ ਤੇ ਕਾਫੀ ਏ, ਬਾਕੀ ਸਮਾਂ ਸਾਨੂੰ ਕੋਈ ਵੀ ਫਿਕਰ ਨਹੀਂ।
ਨਾ ਪੈਸੇ ਧੇਲੇ ਦਾ, ਨਾ ਖਰਚੇ ਦਾ, ਨਾ ਕਾਰੋਬਾਰ ਦਾ, ਨਾ ਬੱਚਿਆਂ ਦਾ, ਨਾ ਕਿਸੇ ਹੋਰ ਦਾ ਕੋਈ ਫਿਕਰ ਨਹੀਂ। ਉਹ ਵਕਤ ਹੈ ਭਜਨ ਬੰਦਗੀ ਕਰਨ ਦਾ। ਭਰ ਸਰਵਰ ਜਬ ਉਛਲੈ, ਜਦੋਂ ਜ਼ਿੰਦਗੀ ਦਾ ਬੇੜਾ ਇਹਨਾਂ ਜ਼ਿੰਮੇਵਾਰੀਆਂ ਨਾਲ ਭਰ ਜਾਏਗਾ, ਤਬ ਤਰਨ ਦੁਹੇਲਾ। ਫਿਰ ਤਰਨਾ ਔਖਾ ਹੋ ਜਾਏਗਾ ਭਾਈ। ਹੁਣ ਆਪਾਂ ਯਤਨ ਕਰੀਏ। ਫਰੀਦ ਸਾਹਿਬ ਨੇ ਸਾਨੂੰ ਸ਼ਲੋਕ ਨੰਬਰ 55 ਵਿੱਚ ਇਹ ਗੱਲ ਸਮਝਾਈ ਹੈ ਕਿ ਜਦੋਂ ਬਜ਼ੁਰਗ ਹੋ ਜਾਓਗੇ, ਕੇਸ ਚਿੱਟੇ ਹੋ ਜਾਣਗੇ, ਤੇ ਫਿਰ ਭਗਤੀ ਨਹੀਂ ਹੋਣੀ, ਰੱਬ ਦੀ ਬੰਦਗੀ ਨਹੀਂ ਹੋਣੀ। ਕੇਸ ਚਿੱਟੇ ਹੋ ਗਏ ਨੇ ਤੇ ਹੇ ਮੇਰੇ ਮਨਾ, ਤੂੰ ਅਜੇ ਵੀ ਵਿਕਾਰਾਂ ਵਿੱਚ ਹੀ ਖਚਤ ਹੋਇਆ ਪਿਆ ਹੈ। ਕਦੋਂ ਇਹਨਾਂ ਵਿਕਾਰਾਂ ਨੂੰ ਛੱਡੇਂਗਾ ਤੇ ਕਦੋਂ ਪ੍ਰਭੂ ਦੀ ਭਗਤੀ ਵਿੱਚ ਜੁੜੇਂਗਾ, ਇਹ ਸਾਡੇ ਤੇ ਉਹਨਾਂ ਨੇ ਛੱਡਿਆ ਹੈ। ਆਪਾਂ ਕੋਸ਼ਿਸ਼ ਕਰੀਏ ਇਸ ਗੱਲ ਨੂੰ ਸਮਝ ਕੇ ਜੀਵਨ ਵਿੱਚ ਅਪਣਾਈਏ, ਤਾਂ ਜੋ ਅਸੀਂ ਇਸ ਜ਼ਿੰਦਗੀ ਦੇ ਹੁੰਦਿਆਂ ਕੁਝ ਨਾ ਕੁਝ ਆਪਣੇ ਪੱਲੇ ਬੰਨ੍ਹ ਕੇ ਲੈ ਚੱਲੀਏ। ਤੇ ਪੱਲੇ ਬੰਨ੍ਹ ਕੇ ਕੀ ਲਿਜਾਣਾ ਹੈ? ਸੱਚ ਵਪਾਰ ਕਰੋ ਵਪਾਰੀ, ਦਰਗਾਹ ਨਿਭ ਹੈ ਖੇਪ ਤੁਮਾਰੀ। ਸੱਚ ਦਾ ਸੌਦਾ ਕਰਨਾ ਜੀ, ਸੱਚ ਨੂੰ ਵਿਹਾਜਣਾ ਹੈ, ਸੱਚ ਨੂੰ ਇਕੱਠਿਆਂ ਕਰਨਾ ਹੈ। ਸੱਚ ਹੈ ਪ੍ਰਭੂ ਦੀ ਭਗਤੀ ਤੇ ਕੱਚ ਹੈ ਸੰਸਾਰ ਦਾ ਝਮੇਲਾ। ਇਸ ਝਮੇਲੇ ਵਿੱਚ ਰਹਿੰਦਿਆਂ ਝਮੇਲੇ ਨੂੰ ਛੱਡਣਾ ਨਹੀਂ, ਕਿਉਂਕਿ ਇਹਨੂੰ ਆਪਾਂ ਛੱਡ ਨਹੀਂ ਪਾਵਾਂਗੇ। ਇਹਦੇ ਵਿੱਚ ਸਾਡਾ ਜਨਮ ਹੋਇਆ ਹੈ, ਇਹਦੇ ਵਿੱਚੋਂ ਨਿਕਲਿਆ ਨਹੀਂ ਜਾਣਾ। ਇਸ ਝਮੇਲੇ ਦੇ ਵਿੱਚ ਰਹਿੰਦਿਆਂ ਸੱਚ ਨੂੰ ਵਿਹਾਜਣਾ, ਸੱਚ ਦਾ ਸੌਦਾ ਕਰਨਾ, ਸੱਚ ਦਾ ਵਪਾਰ ਕਰਨਾ। ਤੇ ਸੱਚ ਦਾ ਵਪਾਰ ਹੈ ਕੇਵਲ ਪ੍ਰਭੂ ਦਾ ਨਾਮ, ਵਾਹਿਗੁਰੂ ਜੀ ਦੀ ਭਗਤੀ। ਸੋ ਮੈਂ ਤੇ ਤੁਹਾਨੂੰ ਬੇਨਤੀ ਕਰਾਂਗਾ, ਆਪਣੇ ਆਪ ਨੂੰ ਤੇ ਮੈਂ ਰੋਜ਼ ਹੀ ਆਖਦਾ ਰਹਿਣਾ, ਤੇ ਤੁਹਾਨੂੰ ਵੀ ਬੇਨਤੀ ਕਰਾਂਗਾ ਭਾਈ, ਪ੍ਰਭੂ ਦੀ ਭਗਤੀ ਵਿੱਚ ਜ਼ਰੂਰ ਜੁੜੋ। ਸਵੇਰੇ ਸ਼ਾਮ ਥੋੜ੍ਹਾ ਸਮਾਂ ਹੀ ਬੇਸ਼ੱਕ ਬੈਠਿਆ ਕਰੋ, 5-7 ਮਿੰਟ 10 ਮਿੰਟ, ਜਾਂ ਜਿੰਨਾ ਤੁਸੀਂ ਇਸ ਤੋਂ ਵੱਧ ਬੈਠ ਸਕੋ ਓਨਾ ਹੀ ਚੰਗਾ ਹੋਵੇ। ਬੈਠ ਕੇ ਪ੍ਰਭੂ ਦੀ ਭਗਤੀ ਵਿੱਚ ਜੁੜਿਆ ਕਰੋ। ਸਿਆਣੇ ਕਹਿੰਦੇ ਨੇ ਕਿ ਪਰਮੇਸ਼ਵਰ ਪਰਮਾਤਮਾ ਇੱਕ ਤਿਲ ਨਹੀਂ ਭੰਨੈ ਘਾਲਿਆ। ਜੋ ਅਸੀਂ ਕਮਾਈ ਕਰਦੇ ਹਾਂ ਨਾ ਜੀ ਰੱਬ ਦੇ ਨਾਮ ਵਾਲੀ, ਇੱਕ ਤਿਲ ਜਿੰਨਾ ਵੀ ਅਸੀਂ ਕਮਾਈ ਕੀਤੀ ਉਹਦਾ ਵੀ ਫਲ ਸਾਨੂੰ ਉਹ ਦੇਵੇਗਾ, ਉਹ ਰੱਖੇਗਾ ਨਹੀਂ। ਤੁਸੀਂ ਇੱਕ ਵਾਰੀ ਵਾਹਿਗੁਰੂ ਆਖੋ ਮੁੱਖ ਤੋਂ, ਉਹ ਵੀ ਸਮਾਂ ਵਿਅਰਥ ਨਹੀਂ ਜਾਏਗਾ। ਸੋ ਇਸ ਲਈ ਆਪਾਂ ਭਾਈ ਪ੍ਰਭੂ ਦੀ ਭਗਤੀ ਵੱਲੇ ਧਿਆਨ ਦਈਏ। ਬਾਕੀ ਕੰਮ ਵੀ ਕਰਨੇ ਨੇ, ਉਹ ਵੀ ਕਰੀਏ, ਤੇ ਵਾਹਿਗੁਰੂ ਜੀ ਦੀ ਬੰਦਗੀ, ਸੱਚ ਦਾ ਵਪਾਰ, ਉਹ ਸਾਡੇ ਨਾਲ ਨਿਭੇਗਾ, ਉਹ ਆਪਾਂ ਕਰਨਾ ਹੈ। ਅੱਜ ਤੁਸੀਂ ਇੰਨੇ ਕੁ ਸ਼ਬਦ ਪ੍ਰਵਾਨ ਕਰਨਾ ਜੀ। ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।